ਕਿ ਸਟੂਡੈਂਟਸ ਬੱਚੇ ਅੱਜ ਆਪਾਂ ਆਪਣਾ ਐਨਵਾਇਰਨਮੈਂਟ ਐਜੂਕੇਸ਼ਨ ਦਾ ਚੈਪਟਰ 10 ਸ਼ੁਰੂ ਕਰਨ ਜਾ ਰਹੇ ਹਾਂ। ਸੋ ਚੈਪਟਰ ਦਾ ਨਾਮ ਹੈ ਟਿਕਾਊ ਖੇਤੀਬਾੜੀ ਪਾਰਟ 1 ਜਾਂ ਸਸਟੇਨੇਬਲ ਐਗਰੀਕਲਚਰ ਪਾਰਟ 1। ਸਟੂਡੈਂਟਸ ਆਪਾਂ ਆਲਰੇਡੀ 9 ਚੈਪਟਰਸ ਕਰ ਚੁੱਕੇ ਹਾਂ ਔਰ ਉਹਨਾਂ ਦੇ ਕੁਐਸਚਨ ਆਨਸਰਸ ਵੀ ਡਿਸਕਸ ਕਰ ਚੁੱਕੇ ਹਾਂ। ਸੋ ਅੱਜ ਆਪਣਾ ਇਹ ਚੈਪਟਰ ਜਿਹੜਾ ਹੈਗਾ ਆਪਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਜਿਹੜਾ ਤੁਹਾਡਾ ਐਨਵਾਇਰਨਮੈਂਟ ਦੀ ਬੁੱਕ ਹੈ ਉਸ ਤੋਂ ਮੈਂ ਤੁਹਾਨੂੰ ਐਕਸਪਲੇਨ ਕਰਨ ਜਾ ਰਹੀ ਹਾਂ। ਸਾਰੇ ਸੰਜੀਵਾਂ ਦੇ ਜਿਉਂਦੇ ਰਹਿਣ ਵਾਸਤੇ ਭੋਜਨ ਜਿਹੜਾ ਹੈ ਇੱਕ ਮੁੱਢਲੀ ਜ਼ਰੂਰਤ ਹੈ। ਠੀਕ ਹੈ ਸਟੂਡੈਂਟਸ, ਆਪਾਂ ਦੇਖਿਆ ਕਿ ਜਦੋਂ ਕੋਈ ਵੀ ਆਪਾਂ ਨੂੰ ਕੰਮ ਕਰਨਾ ਹੈ ਉਹਦੇ ਵਾਸਤੇ ਸਾਨੂੰ ਊਰਜਾ ਚਾਹੀਦੀ ਹੈ ਔਰ ਉਸ ਦੇ ਵਾਸਤੇ ਜਿਹੜਾ ਭੋਜਨ ਹੈ ਸਾਡੀ ਇੱਕ ਮੁੱਢਲੀ ਜ਼ਰੂਰਤ ਹੈ, ਕਿਉਂਕਿ ਸਾਰੇ ਸੰਜੀਵਾਂ ਦੇ ਸਰੀਰ ਅੰਦਰ ਭੋਜਨ ਜਿਹੜਾ ਹੈ ਉਹ ਬਹੁਤ ਸਾਰੇ ਕੰਮ ਕਰਦਾ ਹੈ। ਸੋ ਪਹਿਲਾਂ ਜਿਹੜਾ ਮਨੁੱਖ ਸੀਗਾ ਉਹ ਭੋਜਨ ਇਕੱਠਾ ਕਰਨ ਵਾਸਤੇ ਇੱਕ ਥਾਂ ਤੋਂ ਦੂਜੀ ਥਾਂ 'ਤੇ ਘੁੰਮਦਾ ਰਹਿੰਦਾ ਸੀ, ਪਰ ਜਦੋਂ ਸਾਡੇ ਕੋਲ ਐਗਰੀਕਲਚਰ ਆਇਆ ਜਾਂ ਖੇਤੀਬਾੜੀ ਆਈ ਤਾਂ ਉਸ ਦੇ ਨਾਲ ਜਿਹੜਾ ਮਨੁੱਖ ਸੀਗਾ ਉਸਨੇ ਇੱਕ ਥਾਂ 'ਤੇ ਰਹਿਣਾ ਸ਼ੁਰੂ ਕੀਤਾ। ਸੋ ਖੇਤੀਬਾੜੀ ਜਿਹੜਾ ਵਰਡ ਹੈ ਇੱਕ ਲੈਟਿਨ ਭਾਸ਼ਾ ਤੋਂ ਆਇਆ ਹੈ। ਇਸ ਦਾ ਮਤਲਬ ਹੈ ਐਗਰੀ ਪਲੱਸ ਕਲਚਰ। ਐਗਰੀ ਪਲੱਸ ਕਲਚਰ, ਐਗਰੀ ਮੀਨਸ ਹੁੰਦਾ ਹੈ ਖੇਤ ਔਰ ਕਲਚਰ ਜਾਂ ਕਲਟੀਵੇਸ਼ਨ ਹੁੰਦਾ ਮੀਨਸ ਕਿਸੇ ਵੀ ਚੀਜ਼ ਦਾ ਉਤਪਾਦਨ ਕਰਨਾ। ਸੋ ਖੇਤੀਬਾੜੀ ਇੱਕ ਅਜਿਹਾ ਵਿਗਿਆਨ ਹੈ, ਇਸ ਦੇ ਵਿੱਚ ਅਸੀਂ ਲਾਭਦਾਇਕ ਪੌਦੇ ਅਤੇ ਜੰਤੂ ਪਾਲਣ ਦੋਨਾਂ ਦੇ ਨਾਲ ਇਹ ਸੰਬੰਧਿਤ ਹੈ। ਖੇਤ ਨੂੰ ਕੀ ਕਹਿੰਦੇ? ਖੇਤ ਕੀ ਹੁੰਦਾ ਹੈ ਕਿ ਧਰਤੀ ਦੇ ਜਿਸ ਪੋਰਸ਼ਨ 'ਤੇ ਆਪਾਂ ਪਲਾਂਟਸ ਉਗਾਉਂਦੇ ਹਾਂ ਉਸ ਨੂੰ ਅਸੀਂ ਖੇਤ ਕਹਿੰਦੇ ਹਾਂ। ਤਾਂ ਜਿਹੜੇ ਅਸੀਂ ਆਪਣੇ ਬੈਨੀਫਿਟ ਵਾਸਤੇ ਜੋ ਵੀ ਅਸੀਂ ਪੌਦੇ ਖੁਦ ਉਗਾਉਂਦੇ ਹਾਂ ਉਹਨਾਂ ਨੂੰ ਅਸੀਂ ਫਸਲੀ ਪੌਦੇ ਬੋਲਦੇ ਹਾਂ। ਕਿਸੇ ਫਸਲ ਨੂੰ ਖੇਤ ਵਿੱਚ ਕਾਮਯਾਬੀ ਨਾਲ ਉਗਾਉਣ ਵਾਸਤੇ ਅਗਰ ਆਪਾਂ ਚਾਹੁੰਦੇ ਹਾਂ ਕਿ ਕੋਈ ਫਸਲ ਜਿਹੜੀ ਹੈ ਉਹ ਵਧੀਆ ਫਸਲ ਹੋਵੇ ਤਾਂ ਸਾਡੇ ਕੋਲ ਵੱਖ-ਵੱਖ ਕਿਰਿਆਵਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਖੇਤੀ ਪੱਧਤੀਆਂ ਕਹਿੰਦੇ ਹਾਂ। ਸੋ ਵੱਖ-ਵੱਖ ਖੇਤੀ ਪੱਧਤੀਆਂ ਕੀ ਹੈ? ਜਿਵੇਂ ਅਸੀਂ ਭੂਮੀ ਦੀ ਤਿਆਰੀ ਕੀਤੀ, ਦੈਨ ਬੀਜ ਬੀਜਦੇ ਹਾਂ, ਉਸ ਤੋਂ ਬਾਅਦ ਰੇਹ ਅਤੇ ਖਾਦ ਮਿਲਾਉਂਦੇ ਹਾਂ, ਉਸ ਤੋਂ ਬਾਅਦ ਸਿੰਚਾਈ ਹੈ, ਨਦੀਨਾਂ 'ਤੇ ਕਾਬੂ ਕਰਨਾ, ਫਸਲ ਦੀ ਸਾਂਭ ਸੰਭਾਲ ਕਰਨਾ, ਕਟਾਈ ਹੋ ਗਈ, ਕਟਾਈ ਤੋਂ ਬਾਅਦ ਗਹਾਈ ਅਤੇ ਦਾਣੇ ਕੱਢਣਾ, ਫਿਰ ਭੰਡਾਰ ਕਰਨਾ, ਫਸਲਾਂ 'ਚ ਸੁਧਾਰ ਕਰਨਾ, ਫਸਲਾਂ ਨੂੰ ਅਦਲਾ ਬਦਲੀ ਕਰਕੇ ਲਗਾਉਣਾ। ਠੀਕ ਹੈ, ਇਹ ਸਾਰੇ ਜਿਹੜੇ ਕਿਰਿਆਵਾਂ ਨੇ ਇਹ ਸਭ ਕਿਹਦੇ 'ਚ ਆਉਣਗੀਆਂ? ਖੇਤੀ ਪੱਧਤੀਆਂ 'ਚ ਆਉਣਗੀਆਂ। ਖੇਤੀ ਪ੍ਰਕਿਰਿਆਵਾਂ ਜਿਹੜੀਆਂ ਨੇ ਉਹਨਾਂ 'ਚ ਪਿਛਲੇ 2 ਸਾਲਾਂ ਦੇ ਦੌਰਾਨ ਇੰਨੀ ਤੇਜ਼ੀ ਨਾਲ ਬਦਲਾਵ ਆਇਆ ਹੈ ਕਿਉਂਕਿ ਦੇਸ਼ ਵਿੱਚ ਖੇਤੀ ਦੇ ਆਧੁਨਿਕਰਨ, ਸਾਡੇ ਕੋਲ ਨਿਊ ਟੈਕਨੋਲੋਜੀ ਹੈ, ਨਿਊ ਉਪਕਰਨ ਨੇ। ਇਸ ਦੇ ਬਾਅਦ ਇਸ ਕਾਰਨ ਈਵਨ ਸਾਡਾ ਦੇਸ਼ ਜਿਹੜਾ ਹੈ ਉਹ ਭੋਜਨ ਉਤਪਾਦਨ ਦੇ ਵਿੱਚ ਕੀ ਹੋ ਗਿਆ ਹੈ? ਆਤਮ ਨਿਰਭਰ ਹੋ ਗਿਆ ਹੈ। ਸਟੂਡੈਂਟਸ, ਹੁਣ ਆਪਾਂ ਦੇਖਾਂਗੇ ਕਿ ਟਿਕਾਊ ਖੇਤੀਬਾੜੀ ਕੀ ਹੈ ਔਰ ਇਸ ਦੀ ਕਿਉਂ ਜ਼ਰੂਰਤ ਹੈਗੀ ਹੈ। ਜਦੋਂ ਆਪਾਂ ਟਿਕਾਊ ਖੇਤੀਬਾੜੀ ਦੀ ਗੱਲ ਕਰਦੇ ਹਾਂ ਤਾਂ ਜਿਵੇਂ ਅਸੀਂ ਆਪਣੀ ਕੰਟਰੀ ਵੱਲ ਦੇਖਦੇ ਹਾਂ ਕਿ ਜਦੋਂ ਮਨੁੱਖ ਦੀ ਜਨਸੰਖਿਆ ਜਿਹੜੀ ਹੈ ਉਹ ਤੇਜ਼ੀ ਨਾਲ ਵੱਧ ਰਹੀ ਹੈ, ਸੋ ਉਸ ਜਨਸੰਖਿਆ ਨੂੰ ਉਸ ਦੀ ਭੋਜਨ ਦੀ ਲੋੜਾਂ ਨੂੰ ਪੂਰਾ ਕਰਨ ਵਾਸਤੇ ਸਾਨੂੰ ਟਿਕਾਊ ਖੇਤੀਬਾੜੀ ਦੀ ਲੋੜ ਹੈ। ਸੋ ਟਿਕਾਊ ਖੇਤੀਬਾੜੀ ਕਿਸ ਨੂੰ ਕਿਹਾ ਜਾਏਗਾ? ਜਦੋਂ ਪ੍ਰਸਥਿਤਿਕ ਤੌਰ 'ਤੇ, ਆਰਥਿਕ ਤੌਰ 'ਤੇ ਸਹੀ ਹੋਏਗੀ, ਸੱਭਿਆਚਾਰਕ ਸਮਾਜਿਕ ਤੌਰ 'ਤੇ ਇੱਕ ਸੱਚੀ ਵਿਗਿਆਨਿਕ ਪਹੁੰਚ 'ਤੇ ਆਧਾਰਿਤ ਹੋਏਗੀ, ਉਸ ਖੇਤੀਬਾੜੀ ਨੂੰ ਟਿਕਾਊ ਖੇਤੀਬਾੜੀ ਬੋਲਿਆ ਜਾ ਰਿਹਾ ਹੈ। ਸੋ ਟਿਕਾਊ ਖੇਤੀਬਾੜੀ ਦਾ ਮਤਲਬ ਉਹ ਹੁੰਦਾ ਹੈ ਕਿ ਜਿੰਨੇ ਵੀ ਸਾਡੇ ਸਰੋਤ ਨੇ ਅਸੀਂ ਉਹਨਾਂ ਦਾ ਕਿਸ ਤਰ੍ਹਾਂ ਪ੍ਰਬੰਧਨ ਕਰੀਏ ਔਰ ਉਹਨਾਂ ਨੂੰ ਸਮਝਦਾਰੀ ਨਾਲ ਉਹਨਾਂ ਨੂੰ ਅਸੀਂ ਯੂਜ਼ ਕਰੀਏ ਤਾਂ ਕਿ ਮਨੁੱਖ ਜਿਹੜਾ ਹੈ ਉਹ ਆਪਣੀ ਜ਼ਰੂਰਤਾਂ ਜਿਹੜੀਆਂ ਨੇ ਉਹਨਾਂ ਨੂੰ ਪੂਰਾ ਕਰ ਸਕੇ ਔਰ ਉਸ ਦੇ ਨਾਲ ਜਿਹੜਾ ਵਾਤਾਵਰਨ ਹੈ ਉਸ ਦੀ ਜਿਹੜੀ ਖੁਸ਼ਹਾਲੀ ਹੈ ਉਹ ਵੀ ਬਣੀ ਰਹੇ। ਅਸੀਂ ਆਪਣੀ ਜ਼ਰੂਰਤਾਂ ਨੂੰ ਪੂਰਾ ਕਰੀਏ ਅਤੇ ਨਾਲੇ ਆਉਣ ਵਾਲੀ ਜਿਹੜੀਆਂ ਸਾਡੀਆਂ ਜਨਰੇਸ਼ਨਸ ਨੇ ਉਹਨਾਂ ਵੱਲ ਵੀ ਅਸੀਂ ਧਿਆਨ ਰੱਖੀਏ, ਉਹਨਾਂ ਦੀ ਜ਼ਰੂਰਤਾਂ ਵੱਲ ਵੀ ਅਸੀਂ ਸੋਚੀਏ। ਟਿਕਾਊ ਖੇਤੀਬਾੜੀ ਤੋਂ ਭਾਵ ਹੈ ਖੇਤ ਦੀ ਉਸ ਯੋਗਤਾ ਤੋਂ ਹੈ ਜਿਸ ਰਾਹੀਂ ਉਹ ਲੰਬੇ ਸਮੇਂ ਤੱਕ ਭੋਜਨ ਉਤਪਾਦਨ ਕਰਦਾ ਰਹੇ। ਟਿਕਾਊ ਖੇਤੀਬਾੜੀ ਤੋਂ ਭਾਵ ਹੈ ਕਿ ਖੇਤ ਦੀ ਉਸ ਯੋਗਤਾ ਜਿਸ ਰਾਹੀਂ ਉਹ ਲੰਬੇ ਸਮੇਂ ਤੱਕ ਖੇਤੀਬਾੜੀ ਜਿਹੜੀ ਹੈਗਾ ਖੇਤ ਦੀ ਕੰਡੀਸ਼ਨ ਇਸ ਤਰ੍ਹਾਂ ਦੀ ਰਹੇ ਕਿ ਉਹ ਲੰਬੇ ਸਮੇਂ ਤੱਕ ਭੋਜਨ ਉਤਪਾਦਨ ਕਰਦਾ ਰਹੇ ਅਤੇ ਪ੍ਰਸਥਿਤਿਕ ਸਿਹਤ 'ਤੇ ਵੀ ਕੋਈ ਮਾੜਾ ਪ੍ਰਭਾਵ ਨਾ ਪਵੇ। ਦੂਸਰੇ ਸ਼ਬਦਾਂ 'ਚ ਟਿਕਾਊ ਖੇਤੀਬਾੜੀ ਖੇਤੀ ਦੇ ਪ੍ਰਬੰਧਾਂ ਅਤੇ ਪ੍ਰਕਿਰਿਆਵਾਂ ਦੇ ਹੇਠ ਲਿਖੇ ਅਨੁਸਾਰ ਵਰਤੋਂ ਹੈ। ਨੰਬਰ 1, ਖੇਤੀ ਉਤਪਾਦਨ ਦੀ ਆਰਥਿਕ ਜੀਵਨਯੋਗਤਾ, ਕੁਦਰਤੀ ਸਰੋਤਾਂ ਦਾ ਆਧਾਰ ਅਤੇ ਪ੍ਰਸਥਿਤਿਕ ਪ੍ਰਬੰਧ ਜੋ ਖੇਤੀ ਪ੍ਰਕਿਰਿਆਵਾਂ ਤੋਂ ਪ੍ਰਭਾਵਿਤ ਹੁੰਦੇ ਨੇ। ਸੋ ਟਿਕਾਊ ਖੇਤੀਬਾੜੀ ਦੇ ਵਿੱਚ ਅਸੀਂ ਖੇਤੀ ਪ੍ਰਬੰਧਾਂ ਅਤੇ ਵੱਖ-ਵੱਖ ਪ੍ਰਕਿਰਿਆਵਾਂ ਜਿਹੜੀਆਂ ਨੇ ਉਹਨਾਂ ਦੀ ਅਸੀਂ ਵਰਤੋਂ ਕਰਦੇ ਹਾਂ। ਟਿਕਾਊ ਖੇਤੀਬਾੜੀ ਦੇ 3 ਮੁੱਖ ਮਕਸਦ ਨੂੰ ਇਕੱਠਾ ਕਰਦੀ ਹੈ। ਕਿਹੜੇ? ਵਾਤਾਵਰਨੀ ਸਿਹਤ, ਕਿ ਅਸੀਂ ਉਸ ਤਰ੍ਹਾਂ ਖੇਤੀਬਾੜੀ ਕਰਨੀ ਹੈ ਜਿਸ ਦੇ ਨਾਲ ਸਾਡਾ ਜਿਹੜਾ ਵਾਤਾਵਰਨ ਹੈ ਉਹ ਪ੍ਰਦੂਸ਼ਿਤ ਨਾ ਹੋਵੇ। ਵਾਤਾਵਰਨੀ ਸਿਹਤ ਹੈ, ਆਰਥਿਕ ਸੰਭਾਵਨਾ, ਸਮਾਜਿਕ ਅਤੇ ਆਰਥਿਕ ਬਰਾਬਰੀ। ਟਿਕਾਊ ਖੇਤੀਬਾੜੀ ਦੇ ਕੁਝ ਮੁੱਢਲੇ ਸਿਧਾਂਤ ਹੇਠ ਲਿਖੇ ਅਨੁਸਾਰ ਨੇ। ਦੇਖੋ ਕੀ ਮੁੱਢਲੇ ਸਿਧਾਂਤ ਹੋਣਗੇ। ਸਭ ਤੋਂ ਪਹਿਲਾਂ ਲੰਬੇ ਸਮੇਂ ਤੱਕ
ਟਿਕਾਊ ਖੇਤੀਬਾੜੀ ਉਹ ਹੋਏਗੀ ਕਿ ਲੰਬੇ ਸਮੇਂ ਤੱਕ ਜਿਹੜਾ ਖੇਤੀ ਉਤਪਾਦਨ ਹੈ ਉਹ ਬਣਿਆ ਰਹਿੰਦਾ ਹੈ, ਅਤੇ ਜਿਹੜੇ ਕੁਦਰਤੀ ਸਰੋਤ ਨੇ ਉਹਨਾਂ ਦੀ ਜਿਹੜੀ ਉਹ ਹੈ ਉਹ ਪ੍ਰੋਪਰ ਤਰੀਕੇ ਨਾਲ ਹੋ ਸਕੇ। ਖੇਤੀਬਾੜੀ 'ਚ ਵਰਤੇ ਜਾਣ ਵਾਲੇ ਰਸਾਇਣਾਂ ਦੇ ਬਾਕੀ ਬਚੇ ਪਦਾਰਥ ਘੱਟ ਜਾਂਦੇ ਹਨ। ਠੀਕ ਹੈ, ਖੇਤੀਬਾੜੀ ਤੋਂ ਕੁੱਲ ਸਮਾਜਿਕ ਲਾਭ ਪੈਸੇ ਦੇ ਹਿਸਾਬ ਤੋਂ ਬਿਨਾਂ ਜਿਹੜਾ ਹੋਰ ਸਾਨੂੰ ਕੀ ਸਮਾਜਿਕ ਲਾਭ ਹੁੰਦਾ ਹੈ ਵੱਧ ਹੋਏਗਾ। ਇਸ ਦੇ ਨਾਲ ਅਸੀਂ ਭੂ-ਖੋਰ ਨੂੰ ਰੋਕ ਸਕਦੇ ਹਾਂ, ਔਰ ਜਿਹੜਾ ਧਰਤੀ ਹੇਠਲੇ ਜਿਹੜਾ ਨੀਚੇ ਪਾਣੀ ਹੈ ਉਸ ਨੂੰ ਵਿਅਰਥ ਜਾਣ ਤੋਂ ਅਸੀਂ ਘੱਟ ਕਰ ਸਕਦੇ ਹਾਂ। ਸੋ ਸਟੂਡੈਂਟਸ, ਇਹ ਕੀ ਨੇ? ਇਹ ਟਿਕਾਊ ਖੇਤੀਬਾੜੀ, ਇਹ ਸਸਟੇਨੇਬਲ ਐਗਰੀਕਲਚਰ ਦਾ ਹੈ, ਉਸ ਦੇ ਕੁਝ ਕੀ ਨੇ ਮੁੱਢਲੇ ਸਿਧਾਂਤ ਨੇ। ਇਸ ਵਿੱਚ ਬਹੁਤ ਸਾਰੀਆਂ ਪ੍ਰਕਿਰਿਆਵਾਂ ਹਨ, ਜਿਵੇਂ ਸਾਮੂਹਿਕ ਤੌਰ 'ਤੇ ਹਾਨੀਕਾਰਕ ਕੀਟਾਂ ਦਾ ਪ੍ਰਬੰਧ। ਫਸਲਾਂ ਨੂੰ ਅਦਲਾ ਬਦਲੀ ਕਰਕੇ ਲਗਾਇਆ ਜਾਂਦਾ ਹੈ, ਜਿਹਨੂੰ ਆਪਾਂ ਕ੍ਰੌਪ ਰੋਟੇਸ਼ਨ ਕਹਿੰਦੇ ਹਾਂ। ਸੋ ਉਸ ਦੇ ਨਾਲ ਜਿਹੜੇ ਹਾਨੀਕਾਰਕ ਕੀਟ ਨੇ ਉਹਨਾਂ ਤੋਂ ਅਸੀਂ ਫਸਲਾਂ ਨੂੰ ਬਚਾ ਸਕਦੇ ਹਾਂ। ਫਸਲਾਂ ਦੀ ਸਿਹਤ ਵਿੱਚ ਸੁਧਾਰ ਦਾ ਹੁੰਦਾ ਹੈ, ਭੂ-ਖੋਰ ਵਿੱਚ ਕਮੀ ਆਉਂਦੀ ਹੈ। ਠੀਕ ਹੈ, ਈਵਨ ਜਿਹੜੀ ਫਲੀਦਾਰ ਫਸਲਾਂ ਨੇ, ਫਲੀਦਾਰ ਫਸਲਾਂ ਕੀ ਕਰਦੀਆਂ ਨੇ? ਭੂਮੀ ਦੇ ਵਿੱਚ ਜਿਹੜਾ ਨਾਈਟ੍ਰੋਜਨ ਹੈ ਉਹਨੂੰ ਸਥਿਰੀਕਰਨ ਕਰਦੀਆਂ ਨੇ। ਸੋ ਸਾਨੂੰ ਪਲਾਂਟਸ ਨੂੰ ਨਾਈਟ੍ਰੋਜਨ ਦੀ ਖਾਦ ਪਾਉਣ ਦੀ ਲੋੜ ਨਹੀਂ ਪੈਂਦੀ। ਸੋ ਫਲੀਦਾਰ ਫਸਲਾਂ ਜਿਹੜੀਆਂ ਹੁੰਦੀਆਂ ਨੇ ਭੂਮੀ ਵਿੱਚ ਨਾਈਟ੍ਰੋਜਨ ਦਾ ਸਥਿਰੀਕਰਨ ਕਰਦੇ ਨੇ। ਠੀਕ ਹੈ, ਸੋ ਸੰਸਾਰ ਭਰ ਵਿਚਲੀਆਂ ਖੇਤੀ ਪ੍ਰਕਿਰਿਆਵਾਂ ਧਰਤੀ ਦੇ ਸਰੋਤਾਂ ਦੇ ਟਿਕਾਊਪਨ ਉੱਪਰ ਲੋੜ ਤੋਂ ਵੱਧ ਦਬਾਅ ਪਾ ਰਹੀਆਂ ਨੇ। ਸੋ ਇਸ ਕਰਕੇ ਸਾਨੂੰ ਬਹੁਤ ਜ਼ਰੂਰਤ ਹੈ ਕਿ ਅਸੀਂ ਖੇਤੀਬਾੜੀ ਦੇ ਵਿੱਚ ਬਦਲਾਵ ਲਿਆਈਏ, ਟਿਕਾਊ ਖੇਤੀਬਾੜੀ ਕਰੀਏ, ਤਾਂ ਕਿ ਅਸੀਂ ਆਪਣੀ ਆਉਣ ਵਾਲੀ ਜਨਰੇਸ਼ਨ ਦੀ ਲੋੜਾਂ ਨੂੰ ਵੀ ਪੂਰਾ ਕਰ ਸਕੀਏ। ਓਕੇ ਸਟੂਡੈਂਟਸ, ਇੱਥੇ ਇੱਕ ਬਾਕਸ ਦੇ ਵਿੱਚ ਆ ਰਿਹਾ ਹੈ, ਆਰਗੈਨਿਕ ਖੇਤੀ ਟਿਕਾਊ ਵਿਕਾਸ ਤੋਂ ਕਿਵੇਂ ਭਿੰਨ ਹੈ। ਆਰਗੈਨਿਕ ਖੇਤੀ ਕੀ ਹੁੰਦੀ ਹੈ? ਉਹ ਖੇਤੀ ਹੈ ਜਿਹਦੇ ਵਿੱਚ ਅਸੀਂ ਬਨਾਵਟੀ ਰਸਾਇਣ ਜਾਂ ਕੀਟਨਾਸ਼ਕ ਅਸੀਂ ਵਰਤੋਂ ਨਹੀਂ ਕਰਦੇ। ਇਸ ਦੀ ਵਰਤੋਂ 'ਤੇ ਪਾਬੰਦੀ ਲਗਾਈ ਜਾਂਦੀ ਹੈ। ਸੋ ਅਕਾਰਬਨਿਕ ਖਾਦਾਂ ਜਾਂ ਇਹਨਾਂ ਨਾਲ ਸੰਬੰਧਿਤ ਭੂਮੀ ਵਿੱਚ ਵਰਤਣ ਦੀ ਆਗਿਆ ਨਹੀਂ ਦਿੱਤੀ ਜਾਂਦੀ। ਅਸੀਂ ਕੋਈ ਵੀ ਇਸ ਤਰ੍ਹਾਂ ਦੇ ਕੈਮੀਕਲਸ, ਕੋਈ ਕੀਟਨਾਸ਼ਕ ਜਾਂ ਕੋਈ ਫਰਟੀਲਾਈਜ਼ਰਸ, ਅਕਾਰਬਨਿਕ ਖਾਦਾਂ ਅਸੀਂ ਯੂਜ਼ ਨਹੀਂ ਕਰਦੇ। ਠੀਕ ਹੈ, ਈਵਨ ਜਿਹੜਾ ਕਿਸਾਨ ਜਿਹੜੀ ਹੈਗਾ ਆਪਣੀ ਫਸਲ ਨੂੰ ਬਾਜ਼ਾਰ ਵੇਚਣ ਤੋਂ ਪਹਿਲਾਂ ਉਸਨੂੰ ਇੱਕ ਸਰਟੀਫਿਕੇਟ ਦੇਣਾ ਪੈਂਦਾ ਹੈ ਕਿ ਕੋਈ ਵੀ ਇਹੋ ਜਿਹੇ ਰਸਾਇਣ ਜਿਹੜੇ ਨੇ, ਉਹਦਾ ਜਿਹੜਾ ਖੇਤ ਹੈ ਉਹ 3 ਸਾਲਾਂ ਤੱਕ ਇਸ ਦੇ ਰਸਾਇਣ ਜਿਹੜੇ ਨੇ ਇਹਨਾਂ ਤੋਂ ਮੁਕਤ ਹੈਗਾ, ਤਾਂ ਉਸ ਨੂੰ ਅਸੀਂ ਕੀ ਕਹਿੰਦੇ ਹਾਂ? ਆਰਗੈਨਿਕ ਖੇਤੀ ਬੋਲਦੇ ਹਾਂ। ਨੈਕਸਟ ਸਟੂਡੈਂਟ, ਸਾਡੇ ਕੋਲ ਬਹੁਤ ਇੰਪੋਰਟੈਂਟ ਟੌਪਿਕ ਆ ਗਿਆ, ਜਿਹਨੂੰ ਅਸੀਂ ਗ੍ਰੀਨ ਰੈਵੋਲਿਊਸ਼ਨ ਕਹਿੰਦੇ ਹਾਂ ਜਾਂ ਹਰਾ ਇਨਕਲਾਬ ਕਹਿੰਦੇ ਹਾਂ। ਠੀਕ ਹੈ, ਸੋ ਹਰਾ ਇਨਕਲਾਬ ਜਿਹੜਾ ਹੈ ਭਾਰਤ ਵਿੱਚ 1960 ਤੋਂ 2005 ਤੱਕ ਜਿਹੜਾ ਅਨਾਜ ਹੈ ਉਸ ਦੀ ਪੈਦਾਵਾਰ ਵਿੱਚ 4 ਗੁਣਾ ਵਾਧਾ ਹੋਇਆ। ਸੋ ਇਹ ਜਿਹੜਾ ਇਨਕਲਾਬ ਆਇਆ ਖੇਤੀ ਦੇ ਵਿੱਚ, ਇਸ ਨੂੰ ਅਸੀਂ ਹਰਾ ਇਨਕਲਾਬ ਕਹਿੰਦੇ ਹਾਂ। ਸੋ ਇਸ ਦਾ ਮਤਲਬ ਹੈ ਅਨਾਜ ਦੇ ਉਤਪਾਦਨ ਵਿੱਚ ਵਾਧਾ ਹੋਣਾ। ਸੋ ਇਸ ਦੇ ਵਿੱਚ ਵਧੀਆ ਕਿਸਮ ਦੇ ਬੀਜ ਲਗਾਉਣ ਨਾਲ, ਸਿੰਚਾਈ ਦੇ ਵਧੀਆ ਢੰਗ, ਬਨਾਵਟੀ ਖਾਦਾਂ, ਕੀਟਨਾਸ਼ਕ, ਨਦੀਨਨਾਸ਼ਕ ਅਤੇ ਭੰਡਾਰਨ ਦੀ ਵਧੀਆ ਜਿਹੜੇ ਤਰੀਕੇ ਨੇ, ਉਸ ਕਰਕੇ ਇਹ ਸੰਭਵ ਹੋਇਆ ਹੈ। ਪਰ ਹਰੇ ਇਨਕਲਾਬ ਦੇ ਨਾਲ ਸਾਡੇ ਵਾਤਾਵਰਨ ਉੱਪਰ ਇਸ ਦਾ ਮਾੜਾ ਪ੍ਰਭਾਵ ਵੀ ਪਿਆ। ਸੋ ਅਸੀਂ ਦੇਖਦੇ ਹਾਂ ਕਿ ਜਿਹੜਾ ਹਰਾ ਇਨਕਲਾਬ ਹੈ, ਜਦੋਂ ਗ੍ਰੀਨ ਰੈਵੋਲਿਊਸ਼ਨ ਆਇਆ, ਜਿਸ ਦੇ ਨਾਲ ਉਤਪਾਦਨ ਜਿਹੜਾ ਹੈ ਉਹ 4 ਗੁਣਾ ਵੱਧ ਗਿਆ, ਲੇਕਿਨ ਉਸ ਦੇ ਨਾਲ ਅਸੀਂ ਜਿੰਨੇ ਜ਼ਿਆਦਾ ਅਸੀਂ ਕੀਟਨਾਸ਼ਕ ਯੂਜ਼ ਕੀਤੇ ਜਾਂ ਅਸੀਂ ਰਸਾਇਣਿਕ ਖਾਦਾਂ ਦੀ ਯੂਜ਼ ਕੀਤੀ, ਉਸ ਦੇ ਨਾਲ ਇਨਕਲਾਬ ਤਾਂ ਆਇਆ, ਪਰ ਕੁਝ ਟਾਈਮ ਬਾਅਦ ਇਸ ਦੇ ਜਿਹੜੇ ਮਾੜੇ ਪ੍ਰਭਾਵ ਸੀਗੇ ਉਹ ਸਾਨੂੰ ਦਿਖਾਈ ਦੇਣੇ ਸ਼ੁਰੂ ਹੋ ਗਏ। ਜਿੱਥੇ ਸਾਨੂੰ ਹਰੇ ਇਨਕਲਾਬ ਦੇ ਚੰਗੇ ਅਤੇ ਮਾੜੇ ਪ੍ਰਭਾਵ ਦੇਖਣ ਨੂੰ ਮਿਲੇ, ਹਰਾ ਇਨਕਲਾਬ ਦੌਰਾਨ ਜੋ ਜ਼ਰੂਰੀ ਤੌਰ 'ਤੇ ਬੀਜ ਅਤੇ ਖਾਦ 'ਤੇ ਆਧਾਰਿਤ ਸੀ, ਪੰਜਾਬ ਵਿੱਚ ਬਨਾਵਟੀ ਖਾਦਾਂ ਦੀ ਖਪਤ ਜਿਹੜੀ ਸੀਗੀ 30 ਗੁਣਾ ਜ਼ਿਆਦਾ ਵੱਧ ਗਈ। ਹਰੇ ਇਨਕਲਾਬ ਦੇ ਕਾਰਨ ਪੰਜਾਬ ਵਿੱਚ ਕੁਝ ਸਾਲਾਂ ਦੇ ਉੱਚ ਉਤਪਾਦਨ ਤੋਂ ਬਾਅਦ ਬਹੁਤ ਜ਼ਰੂਰੀ ਥਾਵਾਂ 'ਤੇ ਜਿਹੜੀ NPK ਹੈ, ਦੈਟ ਇਜ਼ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ੀਅਮ ਦੀ ਜਿਹੜੀ ਖਾਦ ਹੈ, ਉਸ ਦੀ ਕਾਫੀ ਵਰਤੋਂ ਬਾਅਦ ਵਿੱਚ ਫਸਲ ਖਰਾਬ ਹੋਣ ਦੀਆਂ ਖਬਰਾਂ ਆਈਆਂ, ਕਿਉਂਕਿ ਆਪਾਂ ਜਦੋਂ ਹਰਾ ਇਨਕਲਾਬ ਵਾਸਤੇ ਜਦੋਂ ਪੈਦਾਵਾਰ ਵਧਾਉਣ ਵਾਸਤੇ ਅਸੀਂ NPK ਨੂੰ ਬਹੁਤ ਜ਼ਿਆਦਾ ਯੂਜ਼ ਕੀਤਾ, ਉਸ ਤੋਂ ਬਾਅਦ ਕੀ ਹੋਇਆ ਕਿ ਕਾਫੀ ਥਾਵਾਂ 'ਤੇ ਇਸ ਦੀ ਜ਼ਿਆਦਾ ਵਰਤੋਂ ਦੇ ਨਾਲ ਜਿਹੜੀਆਂ ਫਸਲਾਂ ਸੀ ਉਹ ਖਰਾਬ ਹੋ ਗਈਆਂ। ਇਹ ਕਿਉਂ ਵਾਪਰਿਆ? ਸਭ ਤੋਂ ਪਹਿਲਾਂ ਹੈ ਪੋਸ਼ਕ ਤੱਤਾਂ ਦੀ ਘਾਟ। ਅਸਲ ਵਿੱਚ ਪੌਦਿਆਂ ਨੂੰ ਸਿਰਫ NPK ਹੀ ਨਹੀਂ ਚਾਹੀਦਾ, ਪੌਦਿਆਂ ਨੂੰ ਕੁਝ ਇਸ ਤਰ੍ਹਾਂ ਦੇ ਪੋਸ਼ਕ ਤੱਤ ਵੀ ਚਾਹੀਦੇ ਨੇ ਜੋ ਬਹੁਤ ਘੱਟ ਮਾਤਰਾ 'ਚ ਚਾਹੀਦੇ ਨੇ, ਅਲਪ ਮਾਤਰੀ ਹੈ, ਜਿਵੇਂ ਜ਼ਿੰਕ ਹੈ, ਲੋਹਾ ਹੈ, ਕਾਪਰ ਹੈ, ਮੈਗਨੀਜ਼ ਹੈ। ਸੋ ਇਹ ਜਿਹੜੇ ਅਲਪ ਮਾਤਰੀ ਪੋਸ਼ਕ ਤੱਤ ਜਿਹੜੇ ਸੀਗੇ, ਖਾਸ ਕਰ ਜਿਹੜੀ ਜ਼ਿੰਕ ਦੀ ਕਮੀ ਸਭ ਤੋਂ ਅਧਿਕ ਪਾਈ ਗਈ। ਸੋ ਇਸ ਦੇ ਨਾਲ ਭੂਮੀ ਦੀਆਂ ਬਿਮਾਰੀਆਂ ਅਤੇ ਘਾਟਾਂ ਦੇ ਨਤੀਜੇ ਵਜੋਂ NPK ਦੇ ਵੱਧ ਛਿੜਕਾਓ ਤੋਂ ਬਾਅਦ ਵੀ ਕਣਕ ਅਤੇ ਚਾਵਲਾਂ ਦੀ ਉਪਜ 'ਚ ਵਾਧਾ ਨਾ ਹੋਇਆ। ਜਦੋਂ ਆਪਾਂ NPK ਪਾਇਆ ਤਾਂ ਵੀ ਜਿਹੜੇ ਸਾਡੀ ਪ੍ਰਾਈਮ ਕ੍ਰੌਪ ਸੀਗੇ, ਚਾਵਲ ਹੈ ਜਾਂ ਕਣਕ ਹੈ, ਉਸ ਦੇ ਵਿੱਚ ਵਾਧਾ ਨਹੀਂ ਹੋਇਆ। ਠੀਕ ਹੈ, ਉਸ ਤੋਂ ਬਾਅਦ ਭੂਮੀ ਦੀ ਵਰਤੋਂ ਦੇ ਤਰੀਕੇ ਵਿੱਚ ਬਦਲਾਵ, ਸੈਕਿੰਡ ਪੁਆਇੰਟ ਹੈ, ਇਹਨੂੰ ਅਸੀਂ ਕਹਿੰਦੇ ਹਾਂ ਚੇਂਜ ਇਨ ਦਾ ਲੈਂਡ ਯੂਜ਼ ਪੈਟਰਨ। ਸੋ ਹਰੇ ਇਨਕਲਾਬ ਕਾਰਨ ਚਾਵਲ, ਕਣਕ ਚਾਵਲ ਦਾ ਚੱਕਰ ਸ਼ੁਰੂ ਹੋ ਗਿਆ।
ਜਿਸ ਦੇ ਵਿੱਚ ਭੂਮੀ ਨਸ਼ਟ ਕਰਨ ਵਾਲੀਆਂ, ਇਹਨਾਂ ਨੂੰ ਅਸੀਂ ਭੂਮੀ ਨਸ਼ਟ ਕਰਨ ਵਾਲੀਆਂ ਫਸਲਾਂ ਕਹਿੰਦੇ ਹਾਂ। ਇਸ ਦੇ ਨਾਲ ਕੀ ਹੋਇਆ, ਜਿਹੜਾ ਮਿਸ਼ਰਤ ਚੱਕਰ ਸੀਗਾ, ਜਿਵੇਂ ਆਪਾਂ ਮੱਕੀ ਲਾਉਂਦੇ ਸੀ, ਜਵਾਰ, ਬਾਜਰਾ, ਦਾਲਾਂ, ਤੇਲ ਵਰਗੀਆਂ ਫਸਲਾਂ, ਇਹਨਾਂ ਦਾ ਜਿਹੜਾ ਮਿਸ਼ਰਤ ਚੱਕਰ ਜਿਹੜਾ ਸੀਗਾ ਉਹ ਟੁੱਟ ਗਿਆ। ਫਲੀਦਾਰ ਫਸਲਾਂ ਜਿਹੜੀਆਂ ਸੀਗੀਆਂ, ਇਸ ਦੇ ਉਗਾਉਣ ਵਿੱਚ ਕਮੀ ਤੋਂ ਭਾਵ ਹੈ ਜੇ ਆਪਾਂ ਫਲੀਦਾਰ ਫਸਲਾਂ ਨਹੀਂ ਲਗਾਵਾਂਗੇ ਤਾਂ ਆਪਾਂ ਇਹ ਕੀ ਕਰਦੀਆਂ, ਨਾਈਟ੍ਰੋਜਨ ਦਾ ਸਥਿਰੀਕਰਨ ਕਰਦੀਆਂ ਨੇ, ਅਤੇ ਕਣਕ ਅਤੇ ਚਾਵਲ ਨੂੰ ਬਾਰ-ਬਾਰ ਬੀਜਣ ਦੇ ਨਾਲ ਕੀ ਹੁੰਦਾ, ਭੂਮੀ ਦੇ ਵਿੱਚ ਜਿਹੜੇ ਖਾਸ ਤਰ੍ਹਾਂ ਦੇ ਪੋਸ਼ਕ ਤੱਤ ਸੀ ਉਹਨਾਂ ਦੀ ਕਮੀ ਆ ਗਈ। ਠੀਕ ਹੈ, ਸੋ ਉਸ ਤੋਂ ਬਾਅਦ ਨੈਕਸਟ ਆ ਗਿਆ ਲੋੜ ਤੋਂ ਵੱਧ ਸਿੰਚਾਈ। ਲੋੜ ਤੋਂ ਵੱਧ ਸਿੰਚਾਈ ਜਿਹੜੇ ਹੈ, ਅਧਿਕ ਸਿੰਚਾਈ ਹਰੇ ਇਨਕਲਾਬ ਦਾ ਮੁੱਖ ਅੰਸ਼ ਸੀ। ਸੋ ਪਾਣੀ ਦੀ ਇਸ ਮੰਗ ਕਾਰਨ ਪੰਜਾਬ ਵਿਚਲੀ ਧਰਤੀ ਹੇਠਲੇ ਪਾਣੀ ਦੇ ਸਰੋਤਾਂ 'ਚ ਜਿਹੜਾ ਦਬਾਅ ਸੀਗਾ ਉਹ ਬਹੁਤ ਜ਼ਿਆਦਾ ਵੱਧ ਗਿਆ। ਅੱਜ ਪੰਜਾਬ ਦੀ ਧਰਤੀ ਹੇਠਲੇ ਪਾਣੀ ਦੀ 80% ਤੋਂ ਵੀ ਵੱਧ ਸਰੋਤ ਖੇਤੀਬਾੜੀ ਲਈ ਵਰਤੇ ਜਾਂਦੇ ਨੇ ਸੀ। ਠੀਕ ਹੈ, ਸੋ ਇਹ ਸਾਡੇ ਵਾਸਤੇ ਬਹੁਤ ਜ਼ਿਆਦਾ ਕੀ ਹੋ ਗਿਆ, ਖਤਰਨਾਕ ਹੋ ਗਿਆ। ਨਾ ਇਸ 'ਤੇ ਜਦੋਂ ਆਪਾਂ ਧਰਤੀ ਦੇ ਵਿੱਚੋਂ ਇੰਨਾ ਜ਼ਿਆਦਾ ਪਾਣੀ ਕੱਢ ਲੈਂਦੇ ਹਾਂ ਤਾਂ ਧਰਤੀ ਦੇ ਅੰਦਰ ਜਿਹੜੀ ਪਾਣੀ ਦੀ ਘਾਟ ਹੋਣੀ ਸ਼ੁਰੂ ਹੋ ਗਈ। ਈਵਨ ਨਮਕ ਦੇ ਪ੍ਰਦੂਸ਼ਣ ਕਾਰਨ ਭੂਮੀ ਦੀ ਉਪਜਾਊ ਸ਼ਕਤੀ ਜਿਹੜੀ ਹੈ ਉਹ ਨਸ਼ਟ ਹੋ ਜਾਂਦੀ ਹੈ ਅਤੇ ਕਈ ਵਾਰ ਹਮੇਸ਼ਾ ਲਈ ਇਹ ਖਤਮ ਹੀ ਹੋ ਜਾਂਦੀ ਹੈ। ਸੇਮ ਅਤੇ ਖਾਰਾਪਨ ਜਿਹੜਾ ਹੈ ਸਟੂਡੈਂਟ, ਇੱਕ ਇੰਪੋਰਟੈਂਟ 1 ਮਾਰਕ ਕੁਐਸਚਨ ਵੀ ਹੈ। ਇਸ ਦੇ ਨਾਲ ਭੂਮੀ ਜਿਹੜੀ ਹੈ ਉਹ ਬੰਜਰ ਹੋ ਜਾਂਦੀ ਹੈ। ਅੱਜ ਪੰਜਾਬ ਦੀ ਉਪਜਾਊ ਮਿੱਟੀ ਵਾਲੇ ਜਿਹੜੇ ਮੈਦਾਨ ਨੇ ਉਹ ਉਹਨਾਂ ਦੇ ਬੰਜਰ ਬਣ ਜਾਣ ਦਾ ਖਤਰਾ ਜਿਹੜਾ ਹੈ ਉਹ ਬਹੁਤ ਜ਼ਿਆਦਾ ਵੱਧ ਗਿਆ ਹੈ। ਫਿਰ ਹੈਗਾ ਸਟੂਡੈਂਟਸ, ਨੈਕਸਟ ਆ ਗਿਆ ਰਸਾਇਣਾਂ ਦੀ ਵਰਤੋਂ, ਯੂਜ਼ ਆਫ ਕੈਮੀਕਲ। ਸਿੰਚਾਈ ਤੋਂ ਇਲਾਵਾ ਹਰੇ ਇਨਕਲਾਬ ਜਿਹੜੇ ਸੀਗੇ ਉਸ ਦੇ ਵਾਸਤੇ ਖੇਤੀ ਦੀ ਮਾਤਰਾ ਨੂੰ ਵੱਡੀ ਮਾਤਰਾ ਵਿੱਚ ਕਰਨ ਵਾਸਤੇ ਸਾਨੂੰ ਰਸਾਇਣਿਕ ਖਾਦਾਂ ਅਤੇ ਤਕਨੀਕੀ ਜਿਹੜੇ ਨਿਵੇਸ਼, ਉਦਾਹਰਣ ਲਈ ਨਵੇਂ ਬੀਜ, ਵੱਧ ਬਨਾਵਟੀ ਖਾਦਾਂ, ਕੀਟਨਾਸ਼ਕ, ਟਰੈਕਟਰ ਅਤੇ ਖੇਤੀਬਾੜੀ ਅਤੇ ਹੋਰ ਸੰਦਾਂ, ਮਸ਼ੀਨਾਂ ਅਤੇ ਸਿੰਚਾਈ ਦੀ ਲੋੜ ਹੈ। ਇਸ ਨਿਵੇਸ਼ ਅਤੇ ਤਕਨੀਕੀ ਨੂੰ ਵਰਤੋਂਯੋਗ ਬਣਾਉਣ ਵਾਸਤੇ ਸਾਨੂੰ ਵੱਡੇ ਖੇਤਰ ਦੀ ਲੋੜ ਹੈ। ਉਸ ਤੋਂ ਬਾਅਦ ਇਨਇਕੁਇਟੀ ਆ ਗਈ ਹੈ, ਨਾ ਬਰਾਬਰੀ। ਹਰੇ ਇਨਕਲਾਬ ਤੋਂ ਪਹਿਲਾਂ ਕੀ ਕਰਦੇ ਸੀ, ਜਿਹੜੇ ਕਿਸਾਨਾਂ ਨੂੰ ਬਹੁਤ ਸਾਰੇ ਖੇਤੀ ਨਿਵੇਸ਼ ਜਿਹੜੇ ਹੁੰਦੇ ਸੀ ਉਹ ਮੁਫਤ ਮਿਲਦੇ ਸੀ ਜਾਂ ਸਸਤੇ ਸੀਗੇ ਤਾਂ ਹਰ ਬੰਦਾ ਉਸ ਨੂੰ ਅਫੋਰਡ ਕਰ ਸਕਦਾ ਸੀਗਾ। ਪਰ ਜਦੋਂ ਹਰਾ ਇਨਕਲਾਬ ਆਇਆ ਤਾਂ ਉਸ ਦੇ ਨਾਲ ਸਮਾਜ ਦੇ ਸਾਰੇ ਵਰਗਾਂ ਨੂੰ ਬਰਾਬਰੀ ਨਹੀਂ ਮਿਲੀ। ਸਿਰਫ ਕੁਝ ਖਾਸ ਫਸਲਾਂ ਦਾ ਫਾਇਦਾ ਹੀ ਹਰੇ ਇਨਕਲਾਬ ਤੋਂ ਪ੍ਰਾਪਤ ਹੋ ਸਕਿਆ। ਨਤੀਜੇ ਨਾਲ ਕੀ ਹੋਇਆ, ਜਿਹੜਾ ਗਰੀਬ ਕਿਸਾਨ ਸੀ ਉਹ ਹੋਰ ਗਰੀਬ ਹੋ ਗਿਆ ਔਰ ਜਿਹੜਾ ਅਮੀਰ ਕਿਸਾਨ ਸੀ ਉਹ ਹੋਰ ਅਮੀਰ ਹੋ ਗਿਆ। ਇਸ ਦੇ ਨਾਲ ਈਵਨ ਜਿਹੜੇ ਪਿੰਡਾਂ ਦੇ ਵਿੱਚ ਬੇਰੁਜ਼ਗਾਰੀ ਦੀ ਸਮੱਸਿਆ ਪੈਦਾ ਹੋ ਗਈ। ਅੱਗੇ ਆ ਗਿਆ ਅਨੁਵੰਸ਼ਿਕ ਅਤੇ ਜਾਤੀ ਵਿਭਿੰਨਤਾ ਵਿੱਚ ਕਮੀ। ਸੋ ਆਧੁਨਿਕ ਖੇਤੀਬਾੜੀ ਦੇ ਆਗਮਨ ਤੋਂ ਪਹਿਲਾਂ ਜਿਹੜੇ ਅਨਾਜ ਅਤੇ ਸਬਜ਼ੀਆਂ ਦੀਆਂ ਸੀ ਉਹਨਾਂ ਦੀ ਬਹੁਤ ਸਾਰੀਆਂ ਕਿਸਮਾਂ ਸੀ। ਫੋਰ ਐਗਜ਼ਾਮਪਲ ਚਾਵਲ ਦੀਆਂ 30,000 ਤੋਂ ਵੀ ਵੱਧ ਕਿਸਮਾਂ ਸਨ, ਪਰ ਹਰੇ ਇਨਕਲਾਬ ਦੀ ਸਹਾਇਤਾ ਨਾਲ ਜਿਹੜੇ ਚਾਵਲ ਦੇ ਵੱਧ ਉਤਪਾਦਨ ਵਾਸਤੇ ਸਿਰਫ 10 ਕਿਸਮਾਂ ਹੀ ਰਹਿ ਗਈਆਂ ਜਿਹੜੀਆਂ ਕਿ ਬਾਰ-ਬਾਰ ਬੀਜੀਆਂ ਜਾ ਰਹੀਆਂ। ਸੋ ਇਸ ਦੇ ਨਾਲ ਜਿਹੜੀ ਜੈਵਿਕ ਵਿਭਿੰਨਤਾ ਹੈ, ਬਾਇਓਡਾਇਵਰਸਿਟੀ ਦੇ ਵਿੱਚ ਇਸ ਦੇ ਨਾਲ ਕਮੀ ਆਈ। ਜਦੋਂ ਘੱਟ ਜੀਨੀ ਵਿਭਿੰਨਤਾ ਹੋਵੇਗੀ ਤਾਂ ਇਕਸਾਰ ਜੀਨਸ ਵਾਲੇ ਪੌਦਿਆਂ ਦੀ ਬਿਮਾਰੀ, ਕੀਟਾਂ ਆਦਿ ਦੇ ਹਮਲੇ ਦਾ ਵੱਧ ਡਰ ਹੋਏਗਾ। ਠੀਕ ਹੈ, ਸੋ ਹਰੇ ਇਨਕਲਾਬ ਦੇ ਨਾਲ ਕੀ ਆਇਆ, ਇੱਕ ਹੋਰ ਨੁਕਸਾਨ ਹੋਇਆ ਕਿ ਜਿਹੜੀ ਜਾਤੀ ਵਿਭਿੰਨਤਾ ਸੀ, ਕਿਉਂਕਿ ਬਹੁਤ ਘੱਟ ਕਿਸਮਾਂ ਦੇ ਪੌਦੇ ਬਾਰ-ਬਾਰ ਉਗਾਏ ਜਾ ਰਹੇ ਨੇ, ਸੋ ਇਸ ਦੇ ਨਾਲ ਜਿਹੜੀ ਜਾਤਿਕ ਵਿਭਿੰਨਤਾ ਹੈ ਉਸ ਦੇ ਵਿੱਚ ਕੀ ਆ ਗਿਆ, ਕਮੀ ਆ ਗਈ। ਓਕੇ ਸਟੂਡੈਂਟ, ਸੋ ਇਹ ਸਾਡੇ ਬਹੁਤ ਸਾਰੇ ਨੁਕਸਾਨ ਸੀਗੇ। ਨੈਕਸਟ ਸਾਡੇ ਕੋਲ ਆ ਗਿਆ ਫਸਲਾਂ ਲਈ ਭੂਮੀ ਦਾ ਮਹੱਤਵ। ਸੋ ਧਰਤੀ ਦੀ ਪੇਪੜੀ ਦੀ ਸਭ ਤੋਂ ਉੱਪਰਲੀ ਤਹਿ ਜਿਹੜੀ ਹੁੰਦੀ ਹੈ ਉਹਨੂੰ ਅਸੀਂ ਭੂਮੀ ਕਹਿੰਦੇ ਹਾਂ। ਸੋ ਇਹ ਡੈਫੀਨੇਸ਼ਨ ਤੁਸੀਂ ਨੋਟ ਕਰੋ, ਭੂਮੀ ਕਿਸ ਨੂੰ ਕਹਿੰਦੇ ਆ, ਧਰਤੀ ਦੀ ਪੇਪੜੀ ਦੀ ਸਭ ਤੋਂ ਉੱਪਰਲੀ ਤਹਿ। ਸੋ ਇਹਦੇ 'ਚ ਪੌਦਿਆਂ ਅਤੇ ਜੰਤੂਆਂ ਦੇ ਬਚੇ ਖੁਚੇ ਅਤੇ ਮਰੇ ਹੋਏ ਹਿੱਸੇ ਵੀ ਇਸ ਤਹਿ 'ਚ ਮੌਜੂਦ ਰਹਿੰਦੇ ਨੇ। ਭੂਮੀ ਜਿਹੜੀ ਹੈ ਉਹ ਕਾਰਬਨਿਕ ਅਤੇ ਅਕਾਰਬਨਿਕ ਪਦਾਰਥਾਂ ਦਾ ਇੱਕ ਮਿਸ਼ਰਣ ਹੈ। ਇਸ ਦੇ ਵਿੱਚ ਹਵਾ ਅਤੇ ਪਾਣੀ ਦੀ ਵੀ ਮਾਤਰਾ ਹੁੰਦੀ ਹੈ। ਭੂਮੀ ਵਿੱਚ ਬਹੁਤ ਸਾਰੇ ਇੰਪੋਰਟੈਂਟ ਕਿ ਭੂਮੀ ਦੇ ਬਹੁਤ ਸਾਰੇ ਕੰਮ ਹੁੰਦੇ ਨੇ। ਸਭ ਤੋਂ ਪਹਿਲਾਂ ਇੱਕ ਮਾਧਿਅਮ ਦਾ ਕੰਮ ਕਰਦੀ ਹੈ। ਖੇਤੀ ਅਤੇ ਜਿਹੜੀ ਬਾਗਬਾਨੀ ਦੀ ਫਸਲਾਂ ਦੇ ਵਾਧੇ ਵਾਸਤੇ ਇੱਕ ਮਾਧਿਅਮ ਪ੍ਰਦਾਨ ਕਰਦੀ ਹੈ। ਠੀਕ ਹੈ, ਭੂਮੀ ਇੱਕ ਇੱਦਾਂ ਦਾ ਮਾਧਿਅਮ ਹੈ ਜਿਸ ਵਿੱਚ ਭੋਜਨ ਉਤਪਾਦਨ ਦੇਣ ਵਾਲੀ ਫਸਲਾਂ ਦਾ ਵਾਧਾ ਅਤੇ ਉਤਪਾਦਨ ਹੁੰਦਾ ਹੈ। ਪੋਸ਼ਕ ਤੱਤ, ਭੂਮੀ ਜਿਹੜੀ ਹੈ ਉਹ ਪਲਾਂਟਸ ਨੂੰ ਪੋਸ਼ਕ ਤੱਤ ਪ੍ਰਦਾਨ ਕਰਦੀ ਹੈ। ਠੀਕ ਹੈ, ਸੋ ਭੂਮੀ ਦੇ ਵਿੱਚ ਅਸੀਂ ਹੁਣੇ ਦੇਖਿਆ ਕਿ ਮੱਲੜ ਹੁੰਦਾ ਹੈ ਜੋ ਪੌਦਿਆਂ ਅਤੇ ਜੰਤੂਆਂ ਦੇ ਬਚੇ ਖੁਚੇ ਅਤੇ ਮਰੇ ਹੋਏ ਹਿੱਸੇ ਹੈਗੇ ਹੈ। ਅਤੇ ਭੂਮੀ ਅੰਦਰਲੇ ਜਿਹੜੇ ਪੌਦੇ ਅਤੇ ਜੰਤੂ ਜਿਹੜੇ ਨੇ ਬਿਨਾਂ ਸ਼ੱਕ ਚੱਕਰਾਂ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਨੇ। ਸੋ ਇਸ ਤਰ੍ਹਾਂ ਦਾ ਭੂਮੀ ਦੀ ਜਿਹੜੀ ਹੈਗੀ ਹੈ ਇੱਕ ਨੈਚੁਰਲ, ਉਹਦੇ ਵਿੱਚ ਮਿੱਟੀ ਦੇ ਵਿੱਚ ਇੱਕ ਨੈਚੁਰਲ ਖਾਦ ਹੈਗੀ ਹੈ। ਪੌਦੇ ਦੇ ਬਚੇ ਖੁਚੇ ਭਾਗਾਂ ਦਾ ਅਪਘਟਨ ਕਰਕੇ ਸੋ ਇਹ ਭੂਮੀ ਜਿਹੜੀ ਹੈ ਉਹ ਪਲਾਂਟਸ ਨੂੰ ਕੀ ਕਰਦੀ ਹੈ, ਪੋਸ਼ਕ ਤੱਤ ਪ੍ਰਦਾਨ ਕਰਦੀ ਹੈ। ਨੈਕਸਟ ਹੈਗਾ ਪਾਣੀ ਪ੍ਰਦਾਨ ਕਰਨਾ, ਸਪਲਾਈ ਵਾਟਰ। ਭੂਮੀ ਇਸ ਦੇ ਕੁਦਰਤੀ ਨਜ਼ਾਰੇ ਅਤੇ ਬਨਸਪਤੀ ਸਮੇਤ ਇਸ ਉੱਪਰ ਵਰਨ ਵਾਲੇ ਮੀਂਹ ਦੇ ਪਾਣੀ ਦੀ ਵੰਡ ਲਈ ਜ਼ਿੰਮੇਵਾਰ ਹੈ।
ਭੂਮੀ ਦੀ ਜਿਹੜੀ ਉੱਪਰਲੀ ਪਰਤ ਦਾ ਸੁਭਾਅ ਇਸ ਗੱਲ ਨੂੰ ਨਿਰਭਰ ਕਰੇਗਾ ਕਿ ਜਿਹੜੀ ਵਰਖਾ ਦਾ ਪਾਣੀ ਹੈ ਇਸ ਦੀ ਸਤ੍ਹਾ ਦੇ ਨਾਲ ਨਾਲ ਚੱਲੇਗਾ ਕਿ ਵਰਖਾ ਦਾ ਪਾਣੀ ਕਿੱਥੇ ਜਾਏਗਾ। ਇਹ ਭੂਮੀ 'ਤੇ ਡਿਪੈਂਡ ਕਰਦਾ ਹੈ। ਭੂਮੀ ਉਹਨੂੰ ਸੋਖ ਲੇਗੀ, ਭੂਮੀ ਦੇ ਅੰਦਰ ਉਹ ਰਿਸ ਕੇ ਜਮ੍ਹਾਂ ਹੋ ਜਾਏਗਾ ਜਾਂ ਉਹ ਪਾਣੀ ਨਦੀਆਂ ਦਰਿਆਵਾਂ ਵਿੱਚ ਵਹਿ ਜਾਏਗਾ। ਸੋ ਇਹ ਔਰ ਉਹ ਪਾਣੀ ਜਿਹੜਾ ਹੈਗਾ ਕਿਸ ਤਰ੍ਹਾਂ ਬਨਸਪਤੀ ਵਾਸਤੇ ਉਹ ਯੂਜ਼ਫੁਲ ਹੋਏਗਾ, ਭੂਮੀ ਵਿਚਲੇ ਸੰਜੀਵਾਂ ਦੇ ਕੰਮ ਆਏਗਾ ਜਾਂ ਭੂਮੀ ਰਾਹੀਂ ਹੁੰਦਾ ਹੋਇਆ ਧਰਤੀ ਹੇਠਲੇ ਪਾਣੀ ਦੇ ਵਿੱਚ ਮਿਲ ਜਾਏਗਾ। ਸੋ ਇਹ ਜਿਹੜਾ ਹੈਗਾ ਇਹ ਡਿਪੈਂਡ ਕਰਦਾ ਹੈ ਕਿ ਭੂਮੀ ਦੀ ਜਿਹੜੀ ਉੱਪਰਲੀ ਪਰਤ ਹੈ ਉਸ ਦਾ ਸੁਭਾਅ ਕਿਸ ਤਰ੍ਹਾਂ ਦਾ ਹੈ। ਓਕੇ, ਸੋ ਨੈਕਸਟ ਹੈਗਾ ਸਟੂਡੈਂਟਸ ਇੰਪੋਰਟੈਂਸ ਆਫ ਸੋਇਲ ਜਾਂ ਭੂਮੀ ਦਾ ਕੀ ਮਹੱਤਵ ਹੈ। ਭੂਮੀ ਫਸਲਾਂ ਦੇ ਉਗਾਉਣ ਲਈ ਬਹੁਤ ਹੀ ਮਹੱਤਵਪੂਰਨ ਹੈ ਕਿਉਂਕਿ ਬਹੁਤ ਸਾਰੀਆਂ ਫਸਲਾਂ ਜਿਹੜੀਆਂ ਨੇ ਆਪਣਾ ਪੋਸ਼ਣ ਕਿੱਥੋਂ ਲੈਂਦੀਆਂ ਨੇ, ਪੂਰਤੀ ਕਿੱਥੋਂ ਕਰਦੀਆਂ ਨੇ, ਭੂਮੀ ਤੋਂ ਕਰਦੀਆਂ ਨੇ। ਸੋ ਚੰਗੀ ਇੱਕ ਮਿੱਟੀ ਦੇ ਵਿੱਚ ਕੀ ਇੰਪੋਰਟੈਂਟ ਲੱਛਣ ਹੋਣੇ ਚਾਹੀਦੇ ਨੇ ਸਟੂਡੈਂਟ, ਇਹ ਕੁਐਸਚਨ ਵੀ ਬਹੁਤ ਇੰਪੋਰਟੈਂਟ ਹੈ। ਇੱਕ ਚੰਗੀ ਮਿੱਟੀ ਦੇ ਕੀ ਲੱਛਣ ਹੋਣੇ ਚਾਹੀਦੇ ਨੇ। ਠੀਕ ਹੈ, ਸਭ ਤੋਂ ਪਹਿਲਾਂ ਉਹ ਨਰਮ ਮਹਿਸੂਸ ਹੁੰਦੀ ਹੈ ਅਤੇ ਸੌਖਿਆਂ ਹੀ ਗਿਰ ਜਾਂਦੀ ਹੈ। ਪਾਣੀ ਦਾ ਨਿਕਾਸ ਜਿਹੜਾ ਹੈਗਾ ਭੂਮੀ ਦੇ ਵਿੱਚੋਂ ਉਹ ਚੰਗਾ ਨਿਕਾਸ ਹੋਣਾ ਚਾਹੀਦਾ ਹੈ। ਬਿਜਾਈ ਤੋਂ ਬਾਅਦ ਪੇਪੜੀ ਨਹੀਂ ਬਣਾਉਂਦੀ ਚੰਗੀ ਮਿੱਟੀ, ਭਾਰੀ ਵਰਖਾ ਦੇ ਪਾਣੀ ਨੂੰ ਸੋਖਦੀ ਹੈ, ਥੋੜ੍ਹਾ ਜਿਹਾ ਹੀ ਵਿਅਰਥ ਹੋਣ ਦਿੰਦੀ ਹੈ, ਪਾਣੀ ਨੂੰ ਸੋਖ ਲੈਂਦੀ ਹੈ। ਸੋਕੇ ਵਰਗੀ ਹਾਲਤਾਂ ਤੋਂ ਬਚਣ ਵਾਸਤੇ ਨਮੀ ਨੂੰ ਸੋਖ ਕੇ ਰੱਖਦੀ ਹੈ ਤਾਂ ਕਿ ਜਦੋਂ ਕਦੀ ਪਾਣੀ ਦੀ ਸ਼ਾਰਟੇਜ ਹੋਏਗੀ ਤਾਂ ਸੋਕੇ ਵਰਗੀ ਹਾਲਤ ਹੈ ਤਾਂ ਉਸ ਦੇ ਅੰਦਰ ਨਮੀ ਸੋਖ ਕੇ ਰੱਖਦੀ ਹੈ। ਕੁਝ ਸ਼ਾਖਾਂ ਹੁੰਦੀਆਂ ਹਨ ਤੇ ਕਰੜੀ ਪਰਤ ਨਹੀਂ ਹੁੰਦੀ। ਭੋਖੋਰ ਤੇ ਪੋਸ਼ਕ ਤੱਤਾਂ ਦੀ ਘਾਟ ਨੂੰ ਸਹਿਣਯੋਗ ਵੀ ਹੁੰਦੀ ਹੈ ਕਿ ਜਿਵੇਂ ਭੋਖੋਰ ਤੇ ਪੋਸ਼ਕ ਤੱਤਾਂ ਦੀ ਘਾਟ ਨੂੰ ਸਹਿਣ ਕਰਨ ਦੇ ਯੋਗ ਹੁੰਦੀ ਹੈ। ਭੂਮੀ ਵਿੱਚ ਰਹਿਣ ਵਾਲੇ ਜੀਵਾਂ ਦੀ ਬੇਅੰਤ ਆਬਾਦੀ ਨੂੰ ਨਿਵਾਸ ਪ੍ਰਦਾਨ ਕਰਦੀ ਹੈ। ਬਹੁਤ ਸਾਰੇ ਜੀਵ ਨੇ ਜਿਨ੍ਹਾਂ ਦੇ ਵਿੱਚ ਭੂਮੀ ਦੇ ਅੰਦਰ ਰਹਿੰਦੇ ਨੇ। ਸੋ ਭੂਮੀ ਉਹਨਾਂ ਨੂੰ ਨਿਵਾਸ ਪ੍ਰਦਾਨ ਕਰਦੀ ਹੈ। ਮਿੱਟੀ ਦੀ ਸੌਂਦੀ ਖੁਸ਼ਬੂ ਹੁੰਦੀ ਹੈ। ਉੱਚ ਉਤਪਾਦਨ ਲਈ ਵੱਧ ਨਿਵੇਸ਼ ਦੀ ਲੋੜ ਨਹੀਂ ਹੁੰਦੀ। ਚੰਗੀ ਜਿਹੜੀ ਮਿੱਟੀ ਹੈ ਉਸ ਪੌਦਿਆਂ ਨੂੰ ਪੋਸ਼ਕ ਤੱਤ ਪ੍ਰਦਾਨ ਕਰਦੀ ਹੈ। ਸੋ ਜੇ ਆਪਾਂ ਨੂੰ ਆਪਣੀ ਪੈਦਾਵਾਰ ਜ਼ਿਆਦਾ ਚਾਹੀਦੀ ਹੈ ਉਹਦੇ ਵਾਸਤੇ ਸਾਨੂੰ ਜ਼ਿਆਦਾ ਨਿਵੇਸ਼ ਦੀ ਲੋੜ ਨਹੀਂ ਪੈਂਦੀ। ਸੋ ਇਹ ਸਾਰੇ ਜਿਹੜੇ ਗੁਣ ਹੈਗੇ ਨੇ ਇੱਕ ਚੰਗੀ ਮਿੱਟੀ ਦੇ ਇਹ ਲੱਛਣ ਹੈ। ਓਕੇ, ਉੱਪਰ ਦਿੱਤੇ ਸਾਰੇ ਤੱਤ ਇਹ ਦਰਸਾਉਂਦੇ ਹਨ ਕਿ ਭੂਮੀ ਅੱਜ ਅਸਰਦਾਰ ਢੰਗ ਨਾਲ ਫਸਲਾਂ ਪ੍ਰਦਾਨ ਕਰ ਰਹੀ ਹੈ ਅਤੇ ਭਵਿੱਖ ਵਿੱਚ ਵੀ ਉਹ ਪ੍ਰਦਾਨ ਕਰਦੀ ਰਹੇਗੀ। ਚੰਗੀ ਮਿੱਟੀ ਦੇ ਵਿੱਚ ਅਗਰ ਆਪਾਂ ਉਹਦੀ ਕੰਪੋਜੀਸ਼ਨ ਦੇਖਦੇ ਹਾਂ ਤਾਂ ਖਣਿਜੀ ਪਦਾਰਥ 50 ਤੋਂ 60%, ਕਾਰਬਨਿਕ ਪਦਾਰਥ 7 ਤੋਂ 10%, ਭੂਮੀ ਵਿਚਲਾ ਪਾਣੀ 25 ਤੋਂ 30% ਐਂਡ ਭੂਮੀ ਵਿਚਲੀ ਹਵਾ ਜਿਹੜੀ ਹੈ ਉਹ ਕੀ ਹੈ 15 ਤੋਂ 25%। ਓਕੇ, ਚੀਕਣੀ ਮਿੱਟੀ, ਰੇਤ, ਕੰਕਰ, ਚਟਾਨ ਭੂਮੀ ਵਿੱਚ ਮੌਜੂਦ ਅਕਾਰਬਨਿਕ ਪਦਾਰਥ ਹਨ। ਕਿਹੜੇ ਕਿਹੜੇ ਅਕਾਰਬਨਿਕ ਪਦਾਰਥ ਹੈ, ਜਿਵੇਂ ਰੇਤ ਹੈ, ਕੰਕਰ ਹੈ, ਚਟਾਨਾਂ ਦੇ ਨਾਲ ਮਿੱਟੀ ਜਿਵੇਂ ਬਣਦੀ ਹੈ, ਇਹ ਅਕਾਰਬਨਿਕ ਪਦਾਰਥ ਨੇ। ਜਦੋਂ ਕਿ ਭੂਮੀ ਵਿਚਲੇ ਕਾਰਬਨਿਕ ਪਦਾਰਥ ਕੀ ਹੈਗੇ, ਸੰਜੀਵ ਅਤੇ ਨਿਰਜੀਵ ਪੌਦੇ ਤੇ ਜੰਤੂ। ਜਿਹੜੇ ਕਾਰਬਨਿਕ ਪਦਾਰਥ ਹੈ ਉਹ ਜਿਹੜੀ ਕੋਈ ਚੀਜ਼ ਸੰਜੀਵ ਚੀਜ਼ ਹੈ, ਜਿਉਂਦੀ ਹੈ, ਜਿਹੜੀਆਂ ਮਾਈਕਰੋ ਆਰਗੈਨਿਜ਼ਮਸ ਹੁੰਦੇ ਨੇ ਜਾਂ ਕੋਈ ਨਿਰਜੀਵ ਪੌਦੇ ਹੈ ਜਾਂ ਜੰਤੂ ਹੈ, ਉਹ ਸਾਰੇ ਕੀ ਨੇ ਕਾਰਬਨਿਕ ਪਦਾਰਥ ਨੇ। ਸੰਜੀਵਾਂ ਵਿੱਚ ਕੀਟ ਹੈ, ਗੰਡੋਏ ਹੈ, ਸੂਖਮ ਜੀਵ ਨੇ। ਤੇ ਨਿਰਜੀਵਾਂ ਵਿੱਚ ਕੀ ਹੋ ਗਏ, ਜਿਹੜੇ ਪੌਦੇ ਤੇ ਜੰਤੂਆਂ ਦੇ ਜਿਹੜੇ ਬੱਚੇ ਖੁਚੇ ਤੇ ਜਿਹੜੇ ਮ੍ਰਿਤ ਭਾਗ ਹੁੰਦੇ ਨੇ ਉਹ ਸਾਰੇ ਨਿਰਜੀਵ ਦੇ ਵਿੱਚ ਆਣਗੇ। ਸੰਜੀਵ ਭੂਮੀ ਦਾ ਕੀ ਮਤਲਬ ਹੈ, ਸੰਜੀਵ ਭੂਮੀ ਮੀਨਸ ਸੰਜੀਵ ਭੂਮੀ ਦੇ ਵਿੱਚ ਬਹੁਤ ਸਾਰੇ ਜੀਵ ਹੁੰਦੇ ਨੇ। ਅਗਰ 1 ਏਕੜ ਜੀਵਿਤ ਮਿੱਟੀ ਲਈ ਉੱਪਰਲੀ ਪਰਤ ਦੇਖੋ ਤਾਂ ਉਸ ਦੇ ਵਿੱਚ ਲਗਭਗ 900 ਪੌਂਡ ਗੰਡੋਏ, 900 ਪੌਂਡ ਗੰਡੋਏ, 2400 ਪੌਂਡ ਉੱਲੀਆਂ ਵੱਖ-ਵੱਖ ਕਿਸਮ ਦੀਆਂ ਫੰਜਾਈਜ਼, 1500 ਪੌਂਡ ਜੀਵਾਣੂ, 133 ਪੌਂਡਸ ਪ੍ਰੋਟੋਜ਼ੋਆਸ, 890 ਪੌਂਡ ਕੀਟ ਪਤੰਗੇ ਤੇ ਕਾਈ ਮੌਜੂਦ ਹੈ। ਸੋ ਇਹ ਜਿਹੜੀ ਹੈ ਭੂਮੀ ਵਿਚਲੇ ਇੱਕ ਵੱਖ-ਵੱਖ ਸੰਜੀਵ ਨੇ, ਤਾਂ ਹੀ ਅਸੀਂ ਭੂਮੀ ਨੂੰ ਲਿਖ ਰਹੇ ਹਾਂ ਸੰਜੀਵ ਭੂਮੀ। ਓਕੇ, ਇਹ ਸੰਜੀਵ ਭੂਮੀ ਹੈ। ਨਾਓ ਸਟੂਡੈਂਟਸ, ਲਾਸਟ ਦੇ ਵਿੱਚ ਆ ਗਿਆ ਅਸੀਂ ਭੂਮੀ ਨੂੰ ਗਾਲ ਦਿੰਦੇ ਹਾਂ ਕਿਉਂਕਿ ਅਸੀਂ ਇਸ ਨੂੰ ਆਪਣੀ ਇੱਕ ਵਸਤੂ ਸਮਝਦੇ ਹਾਂ। ਜਦੋਂ ਅਸੀਂ ਭੂਮੀ ਨੂੰ ਇੱਕ ਵਸਤੂ ਦੇ ਤੌਰ 'ਤੇ ਵੇਖਦੇ ਹਾਂ ਜਿਸ ਨਾਲ ਅਸੀਂ ਸੰਬੰਧਿਤ ਹਾਂ ਤਾਂ ਸ਼ਾਇਦ ਅਸੀਂ ਇਸ ਨੂੰ ਪਿਆਰ ਕਰੀਏ ਜਾਂ ਇੱਜ਼ਤ ਦੇਣ ਲੱਗ ਜਾਈਏ। ਸੋ ਇਹ ਜਿਹੜੇ ਵਰਡਸ ਨੇ ਇਹ ਆਲਡੋ ਲਿਓਪੋਲਡ ਦੇ ਵਰਡਸ ਨੇ ਕਿ ਸਾਨੂੰ ਇਸ ਨੂੰ ਰਿਸਪੈਕਟ ਕਰਨਾ ਚਾਹੀਦਾ ਹੈ ਕਿਉਂਕਿ ਸਾਡੇ ਜਿਹੜੇ ਜਿਉਣ ਦਾ ਇੱਕ ਸਾਧਨ ਹੈ। ਜਿੰਨੇ ਵੀ ਅਸੀਂ ਖੇਤੀਬਾੜੀ ਕਰਦੇ ਹਾਂ, ਸੋ ਖੇਤੀਬਾੜੀ ਪੌਦੇ ਜਿਹੜੇ ਨੇ, ਜੰਤੂ ਵੀ ਪੌਦਿਆਂ ਦੇ ਉੱਪਰ ਜਿਹੜੇ ਨੇ ਉਹ ਡਿਪੈਂਡ ਕਰਦੇ ਨੇ। ਸੋ ਸਾਡਾ ਜਿਹੜਾ ਮੇਨ ਸਾਡਾ ਫੂਡ ਹੈ, ਭੋਜਨ ਦਾ ਇੱਕ ਮੇਨ ਸਰੋਤ ਜਿਹੜਾ ਹੈਗਾ, ਸੋ ਉਹ ਕਿਹਦੇ ਨਾਲ ਆਪਾਂ ਫੁਲਫਿਲ ਕਰਦੇ ਹਾਂ, ਭੂਮੀ ਦੇ ਨਾਲ। ਓਕੇ ਸਟੂਡੈਂਟਸ, ਸੋ next, so that's all students.
ਥੈਂਕ ਯੂ ਵੈਰੀ ਮਚ ਫॉर ਵਾਚਿੰਗ ਟੂਡੇਜ਼ ਲੈਕਚਰ। ਬੱਚੇ ਅੱਜ ਆਪਾਂ ਆਪਣਾ এনवायरमेंट ਐਜੂਕੇਸ਼ਨ ਦਾ 10th ਚੈਪਟਰ ਖਤਮ ਕੀਤਾ, ਜਿਸ ਦਾ ਨਾਮ ਸੀਗਾ ਸਸਟੇਨੇਬਲ ਐਗਰੀਕਲਚਰ ਜਾਂ ਟਿਕਾਊ ਖੇਤੀਬਾੜੀ। ਸੋ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਇਹ ਚੈਪਟਰ ਸਮਝ ਆ ਗਿਆ ਹੋਵੇਗਾ। ਬੱਚੇ ਮੈਂ ਇਸ ਦੇ ਕੁਐਸਚਨ ਆਨਸਰਸ ਵੀ ਤੁਹਾਨੂੰ ਡਿਸਕਸ ਕਰੂੰਗੀ ਔਰ ਤੁਹਾਨੂੰ ਸੈਂਡ ਕਰੂੰਗੀ, ਔਰ ਤੁਸੀਂ ਚੰਗੀ ਤਰ੍ਹਾਂ ਆਪਣੇ ਨੋਟਸ ਜਿਹੜੇ ਨੇ ਉਹ ਕੰਪਲੀਟ ਕਰ ਲੈਣੇ ਆ। ਓਕੇ, ਥੈਂਕ ਯੂ।